37 ਸਾਲ ਤੋਂ ਅਸੀਂ ਸਾਡੀ ਪਾਰਟੀ ਖਾਲਿਸਤਾਨ ਦੀ ਜਦੋਜਹਿਦ ਕਰ ਰਹੀ ਹੈ। ਕੀ ਲੱਗਦਾ ਹੈ ਸੰਗਤਾਂ ਨੂੰ ਫਿਰ ਮਾਨ ਤੇ ਭਰੋਸਾ ਨਹੀਂ ਹੈ? ਲਾਜ਼ਮੀ ਖਾਲਿਸਤਾਨ ਆਊਗਾ। ਫਿਰ ਰਾਇਸ਼ੁਮਾਰੀ ਵੀ ਚਾਹੁੰਦੇ ਹੈ, ਰੈਫਰੈਂਡਮ ਵੀ ਚਾਹੁੰਦੇ ਹੈ। ਜਿਨ੍ਹਾਂ ਨੇ ਖਾਲਿਸਤਾਨ ਦਾ ਨਾਂ ਲੈ ਕੇ ਮੁੱਕਰ ਗਏ ਹੈ, ਆਹੀ ਅਕਾਲ ਤਖਤ ਸਾਹਿਬ ਹੈ ਜਿੱਥੇ ਸਾਰਿਆਂ ਨੇ ਸਹੁੰ ਚੱਕੀ ਸੀ ਕਿ ਅਸੀਂ ਖਾਲਿਸਤਾਨ ਦੇ ਲਈ ਤਿਆਰੀ ਕੀਤੀ ਹੋਈ ਹੈ। ਮਾਨ ਇਕੱਲਾ ਕੁਛ ਨਹੀਂ ਕਰ ਸਕਦਾ। ਸ਼ਰਮਿੰਦਾ ਤੁਸੀਂ ਬਾਦਲ ਨੂੰ ਨਹੀਂ ਕਰਦੇ, ਕੈਪਟਨ ਸਾਹਿਬ ਨੂੰ ਨਹੀਂ ਕਰਦੇ, ਮਿਸ ਜਗੀਰ ਕੌਰ ਨੂੰ ਨਹੀਂ ਕਰਦੇ, ਜਿਨ੍ਹੇ 10 ਸਾਲ ਹੋ ਗਏ SGPC ਦੇ ਇਲੈਕਸ਼ਨ ਨਹੀਂ ਹੋਏ। ਸਾਕਾ ਜੂਨ 84 ਨੂੰ ਹੋਇਆ, 37 ਵਰ੍ਹੇ ਬੀਤ ਚੁੱਕੇ ਨੇ ਤੇ 37 ਵਰ੍ਹਿਆਂ ਬਾਅਦ ਸ਼ਹੀਦੀ ਦਿਵਸ ਸਿੰਘਾਂ ਦੇ ਮਨਾਏ ਜਾ ਰਹੇ ਨੇ। ਮੇਰੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਮਾਨ ਸਾਹਿਬ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ। ਮਿਹਰਬਾਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਸਾਹਿਬ, ਆਏ ਵਾਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਨੇ। 37 ਸਾਲ ਹੋ ਚੁੱਕੇ ਨੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਿਆਂ। ਬਣਨਾ ਕਿਵੇਂ ਆ, ਬਣਾਉਣਾ ਕਿਵੇਂ ਆ, ਇਹ ਵੀ ਮੈਂ ਪੁੱਛਣਾ ਚਾਹੂੰਗਾ। ਸਰਦਾਰ ਸਾਹਿਬ 37 ਸਾਲ ਹੋ ਗਏ ਹੈ। 37 ਸਾਲ ਤੋਂ ਅਸੀਂ ਸਾਡੀ ਪਾਰਟੀ ਖਾਲਿਸਤਾਨ ਦੀ ਜਦੋਜਹਿਦ ਕਰ ਰਹੀ ਹੈ। ਪਰ ਜੇ ਸਿੱਖ ਕੌਮ ਸਾਥ ਹੀ ਨਾ ਦੇਵੇ ਤੇ ਵੋਟਾਂ ਪਾ ਦੇ ਆਮ ਆਦਮੀ ਪਾਰਟੀ ਨੂੰ, ਬਾਦਲ ਦਲੀਆਂ ਨੂੰ, ਕਾਂਗਰਸ ਨੂੰ, BJP ਨੂੰ, ਫਿਰ ਉਹ ਤਾਂ ਸਾਰੇ ਖਾਲਿਸਤਾਨ ਦੇ ਖਿਲਾਫ ਹੈ। ਕੀ ਲੱਗਦਾ ਹੈ ਸੰਗਤਾਂ ਨੂੰ ਫਿਰ ਮਾਨ ਤੇ ਭਰੋਸਾ ਨਹੀਂ ਹੈ? ਇਹ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਹੈ ਤੇ ਇਹਦਾ ਜਵਾਬ ਮੈਂ ਤੁਹਾਡਾ ਟੀਚਰ ਦਾ ਇਹੀ ਦਿੰਦਾ ਹੈ ਕਿ ਨਹੀਂ ਵਿਸ਼ਵਾਸ। ਕਰ ਲਈ ਟੀਚਰ ਹੁਣ। ਮਾਨ ਸਾਹਿਬ, ਟੀਚਰ ਦੀ ਗੱਲ ਨਹੀਂ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਵੋਟਾਂ ਤਾਂ ਉਹਨਾਂ ਨੂੰ ਪਾ ਦਿੰਦੇ ਨੇ, ਲੜਾਈ ਮੈਂ ਲੜ ਰਿਹਾ, ਲੰਮਾ ਸਮਾਂ ਹੋ ਗਿਆ। ਵੋਟ ਰਾਜ ਦੀ ਤੁਸੀਂ ਗੱਲ ਕਰਦੇ ਹੋ। ਇੱਕ ਪਾਸੇ ਉਸੇ ਸੰਵਿਧਾਨ ਨੂੰ ਕਿਹਾ ਜਾਂਦਾ ਹੈ ਕਿ ਉਹ ਸੰਵਿਧਾਨ ਸਾਡੇ ਹੱਕ 'ਚ ਨਹੀਂ ਆ, ਸਾਨੂੰ ਤਾਂ ਹਿੰਦੂਆਂ ਦੀ ਇੱਕ ਸ਼ਾਖਾ ਦੱਸਦਾ ਹੈ। ਉਸੇ ਸੰਵਿਧਾਨ ਅਨੁਸਾਰ ਤੁਸੀਂ ਲੜ ਰਹੇ ਹੋ। ਉਸ ਸੰਵਿਧਾਨ ਅਨੁਸਾਰ ਡੈਮੋਕ੍ਰੇਸੀ ਦੇ ਨਾਲ ਜਾਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਵੋਟਾਂ ਦੇ ਨਾਲ ਵੋਟ ਰਾਜ ਦੇ ਵਿੱਚ ਖਾਲਿਸਤਾਨ ਆ ਜਾਊਗਾ, ਤੁਹਾਨੂੰ ਲੱਗਦਾ? ਬਿਲਕੁਲ। ਜੇ ਸਾਡੇ ਪੂਰੇ ਪਾਰਲੀਮੈਂਟ ਦੇ ਮੈਂਬਰ ਹੋਣਗੇ, ਅਸੈਂਬਲੀ ਦੇ ਮੈਂਬਰ ਹੋਣਗੇ, ਲਾਜ਼ਮੀ ਖਾਲਿਸਤਾਨ ਆਊਗਾ। ਫਿਰ ਪਾਰਲੀਮੈਂਟ ਦੇ ਜਮਹੂਰੀਅਤ ਦੀ ਆਵਾਜ਼ ਕੋਈ ਬੰਦ ਨਹੀਂ ਕਰ ਸਕਦਾ। ਤੇ ਜਿਹੜੀ ਤੁਸੀਂ ਕੌਨਸਟੀਟਿਊਸ਼ਨ ਦਾ ਮੇਰੇ ਤੇ ਹਮੇਸ਼ਾ ਹਮਲਾ ਕਰਦੇ ਹੋ, ਆਰਟੀਕਲ 51 ਹੈ ਕੌਨਸਟੀਟਿਊਸ਼ਨ ਦੀ, ਜਿਹੜੀ ਕਹਿੰਦੀ ਹੈ ਕਿ ਜਿਹੜੇ ਵੀ ਇੰਟਰਨੈਸ਼ਨਲ ਕਾਨੂੰਨ ਹੈਗੇ ਹੈ ਉਹ ਇੰਡੀਆ ਲਾਗੂ ਕਰੇ। ਅਸੀਂ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਪਲੇਬਸਾਈਟ ਵੀ ਚਾਹੁੰਦੇ ਹੈ, ਰਾਇਸ਼ੁਮਾਰੀ ਵੀ ਚਾਹੁੰਦੇ ਹੈ, ਰੈਫਰੈਂਡਮ ਵੀ ਚਾਹੁੰਦੇ ਹੈ। ਇੰਡੀਆ ਤਾਂ ਤੁਹਾਨੂੰ ਰਿਪੇਰੀਅਨ ਲਾ ਹੀ ਨਹੀਂ ਦੇ ਰਿਹਾਗਾ, ਰਿਪੇਰੀਅਨ ਲਾ ਨਹੀਂ ਲਾਗੂ ਹੋ ਰਿਹਾ ਪਾਣੀਆਂ ਤੇ। ਲੱਗਦਾ ਰੈਫਰੈਂਡਮ ਕਰਾਊਗਾ ਇੰਡੀਆ? ਤੁਸੀਂ ਮੇਰੇ ਤੇ ਟੀਚਰ ਨਾ ਕਰੋ। ਸਵਾਲ ਹੈ ਜੀ ਮੇਰਾ। ਸਵਾਲ ਹੈ ਤੁਹਾਡਾ। ਜੇ ਤੁਸੀਂ ਸਿੱਖ ਲੋਕ ਬਾਦਲ ਨੂੰ, ਕੈਪਟਨ ਨੂੰ, ਪ੍ਰਤਾਪ ਸਿੰਘ ਕੈਰੋ ਨੂੰ, ਬਰਨਾਲੇ ਨੂੰ, ਭੱਠਲ ਨੂੰ ਵੋਟਾਂ ਪਾ ਕੇ ਤਾਕਤ ਦਿੰਦੇ ਹੋ, ਜਿਹੜੇ ਸੈਂਟਰ ਦੇ ਨਾਲ ਚੱਲਦੇ ਹੈ, ਜਿਨ੍ਹਾਂ ਨੇ ਖਾਲਿਸਤਾਨ ਦਾ ਨਾਂ ਲੈ ਕੇ ਮੁੱਕਰ ਗਏ ਹੈ, ਆਹੀ ਅਕਾਲ ਤਖਤ ਸਾਹਿਬ ਹੈ ਜਿੱਥੇ ਸਾਰਿਆਂ ਨੇ ਸਹੁੰ ਚੱਕੀ ਸੀ ਕਿ ਅਸੀਂ ਖਾਲਿਸਤਾਨ ਦੇ ਲਈ ਤਿਆਰੀ ਕੀਤੀ ਹੋਈ ਹੈ। ਉਦੋਂ ਬਾਅਦ ਇਹ ਸਾਰੇ ਮੁੱਕਰ ਗਏ। ਤਾਂ ਮੇਰਾ ਮਤਲਬ ਹੈ ਕਿ ਕਿਸੇ ਦਾ ਕਸੂਰ ਨਹੀਂ ਹੈ, ਕਸੂਰ ਸਾਡੇ ਵਿੱਚ ਹੈ। ਜਿੰਨਾ ਚਿਰ ਤੁਸੀਂ ਅਖਬਾਰ ਵਾਲੇ ਇੱਕ ਦੇ ਉੱਤੇ ਲੱਗੇ ਰਹੋਗੇ ਕਿ ਮਾਨ ਕੀ ਕਰੂਗਾ, ਮਾਨ ਇਕੱਲਾ ਕੁਛ ਨਹੀਂ ਕਰ ਸਕਦਾ। ਜਿੰਨਾ ਚਿਰ ਮੈਨੂੰ ਕੌਮ ਦਾ ਸਾਥ ਨਹੀਂ ਮਿਲਿਆ, ਮੈਂ ਇੱਕ ਵਾਰੀ MP ਬਣਿਆ ਸੀ, ਮੇਰੀਆਂ ਸਪੀਚਾਂ ਸਾਰੀਆਂ ਪਾਰਲੀਮੈਂਟ ਦੇ ਵਿੱਚ ਰਿਕਾਰਡ 'ਤੇ ਹੈ, YouTube 'ਤੇ ਹੈ। ਉਹ ਸੁਣ ਕੇ ਫਿਰ ਮੈਨੂੰ ਪੁੱਛੋ ਕਿ ਮੈਂ ਕਿਹੜੇ ਪਾਸੇ ਦਾ ਪੱਖ ਕਰਦਾ। ਉਦੋਂ ਤਾਂ ਤੁਹਾਡੇ ਕੋਲੇ ਸ਼ਕਤੀ ਸੀ, ਉਦੋਂ ਤਾਂ MP ਵੀ ਸੀਗੇ। ਤਾਂ ਹੀ ਜੇ MP ਸੀ, ਅੱਜ ਕੋਈ ਅੰਗਰੇਜ਼ੀ ਦੀ ਅਖਬਾਰ ਮੇਰੀ ਖਬਰ ਨਹੀਂ ਦੇਣਾ ਚਾਹੁੰਦੀ, ਕਿਉਂ ਕਰਕੇ ਸੈਂਟਰ ਨੇ ਕਿਹਾ
ਕਿ ਜੇ ਇਹ ਲੋਕਾਂ ਦਾ ਬਿਆਨ ਲਾਓਗੇ ਇਹ ਖਾਲਿਸਤਾਨ ਨੂੰ ਆਕਸੀਜਨ ਦੇਣਗੇ। ਤੁਸੀਂ ਅਖਬਾਰ ਨਵੀਸ ਹੋ, ਤੁਸੀਂ ਕਦੇ ਵੀ ਅੰਗਰੇਜ਼ੀ ਅਖਬਾਰ ਜਾਂ ਦੂਜੀਆਂ ਅਖਬਾਰਾਂ 'ਚ ਸਾਡਾ ਬਿਆਨ ਦੇਖ ਕੇ ਮੇਰੇ ਕੋਲ ਆਓ ਕਿ ਸਿਮਰਨਜੀਤ ਸਿੰਘ ਮਾਨ ਆਹ ਦੇਖ ਅੰਗਰੇਜ਼ੀ ਦੀਆਂ ਅਖਬਾਰਾਂ ਨੇ UNA PTA ਨੇ ਤੇਰਾ ਨਾਂ ਲਿਆ ਹੈ। ਸਮਝ ਗਏ? ਹੁਣ ਜਦੋਂ ਸਾਰਾ ਸਿਸਟਮ ਖਾਲਿਸਤਾਨ ਦੇ ਖਿਲਾਫ ਹੋਵੇ ਤੇ ਤੁਸੀਂ ਲੋਕ ਮੈਨੂੰ ਹੀ ਸ਼ਰਮਿੰਦਾ ਕਰੋ ਵਾਰੀ ਵਾਰੀ, ਇਹ ਜਾਇਜ਼ ਨਹੀਂ ਹੈ। ਸ਼ਰਮਿੰਦਾ ਤੁਸੀਂ ਬਾਦਲ ਨੂੰ ਨਹੀਂ ਕਰਦੇ, ਕੈਪਟਨ ਸਾਹਿਬ ਨੂੰ ਨਹੀਂ ਕਰਦੇ, ਮਿਸ ਜਗੀਰ ਕੌਰ ਨੂੰ ਨਹੀਂ ਕਰਦੇ, ਜਿਨ੍ਹੇ 10 ਸਾਲ ਹੋ ਗਏ SGPC ਦੇ ਇਲੈਕਸ਼ਨ ਨਹੀਂ ਹੋਏ। ਮਾਨ ਸਾਹਿਬ ਅਸੀਂ ਤਾਂ ਉਹਨਾਂ ਨੂੰ ਵੀ ਸਵਾਲ ਕਰਦੇ ਹਾਂ, ਸਾਡਾ ਤਾਂ ਕੰਮ ਸਵਾਲ ਕਰਨਾ, ਹਰ ਇੱਕ ਨੂੰ ਕਰਦੇ ਹਾਂ ਮੈਂ ਅਸੀਂ। ਕਦੇ ਸੁਣਿਆ ਨਹੀਂ ਸਰ ਸਾਹਿਬ ਤੁਹਾਡਾ ਸਵਾਲ। ਮਾਨ ਸਾਹਿਬ ਤੁਸੀਂ ਖੋਲ ਕੇ ਦੇਖ ਲਓ। ਲੜਨਾ ਨਹੀਂ ਚਾਹੁੰਦਾ ਹੈਗਾ ਮੈਂ ਲੜ ਨਹੀਂ ਰਿਹਾ ਮਾਨ ਸਾਹਿਬ, ਸਵਾਲ ਕਰ ਰਿਹਾ। ਮੈਂ ਤੁਸੀਂ ਸਵਾਲ ਕਰੋ, ਮੈਂ ਜਾਇਜ਼ ਸਵਾਲ ਦੇਈ ਜਾਂਦਾ ਹੈ। ਇਹ ਵੀ ਮੇਰਾ ਜਵਾਬ ਹੈ। ਹਾਂ, ਮਾਨ ਸਾਹਿਬ ਰੈਫਰੈਂਡਮ ਦੀ ਤੁਸੀਂ ਗੱਲ ਕੀਤੀ ਆ, ਇੱਕ ਧੜਾ ਉਹ ਵੀ ਹੈ SFG ਗੁਰਪਤਵੰਤ ਪੰਨੂ ਵਾਲਾ, ਉਹ ਵੀ ਰੈਫਰੈਂਡਮ ਦੀ ਗੱਲ ਕਰਦੇ, ਉਹ ਵੀ ਵੋਟਾਂ ਦੀ ਗੱਲ ਕਰਦੇ ਆ। ਉਹਨਾਂ ਨੂੰ ਦਲ ਖਾਲਸਾ ਤੇ ਅਸੀਂ ਲਿਖਿਆ ਸੀਗਾ ਕਿ ਰੈਫਰੈਂਡਮ ਸਿਰਫ ਆਜ਼ਾਦ ਮੁਲਕ ਕਰਾ ਸਕਦੇ ਹੈ, ਜਿਵੇਂ ਬਰਤਾਨੀਆ ਨੇ 2 ਕਰਾਏ ਹੈਗੇ ਹੈ ਤੇ ਕੈਟਾਲੋਨੀਆ ਨੇ 1 ਸਪੇਨ ਦੇ ਵਿੱਚ ਕਰਵਾਇਆ ਹੈ। UN ਕਰਾ ਸਕਦੀ ਹੈ, ਇੱਕ ਬੋਡੀ ਪ੍ਰਾਈਵੇਟ ਨਹੀਂ ਕਰਾ ਸਕਦੀ। ਤੇ 1948 ਦੇ ਵਿੱਚ UN ਸਿਕਿਉਰਿਟੀ ਕਾਉਂਸਲ ਨੇ ਰੈਜ਼ੋਲੂਸ਼ਨ ਪਾਸ ਕੀਤਾ ਸੀ ਰਾਇਸ਼ਮਾਰੀ ਦਾ, ਪਲੇਬਸਾਈਟ ਦਾ ਕਸ਼ਮੀਰ ਦੇ ਲਈ, ਉਹ ਵੀ ਅਜੇ ਤੱਕ ਪੂਰਾ ਨਹੀਂ ਹੋਇਆ। ਤੇ ਸ਼ਰਮ ਦੀ ਗੱਲ ਹੈ ਕਿ ਹੁਣ ਅਗਸਤ ਦੇ ਵਿੱਚ ਇੰਡੀਆ ਸਿਕਿਉਰਿਟੀ ਕਾਉਂਸਲ ਦੀ ਚੇਅਰਮੈਨੀ ਕਰੂਗਾ। ਉਹ ਇੰਡੀਆ ਜਿਹੜਾ ਸਿਕਿਉਰਿਟੀ ਕਾਉਂਸਲ ਦੀ ਰੈਜ਼ੋਲੂਸ਼ਨ ਦੀ ਇੱਜ਼ਤ ਨਹੀਂ ਕਰਦਾ ਤੇ ਉਹਨੂੰ ਪ੍ਰਵਾਨ ਨਹੀਂ ਕਰਦਾ। ਮਾਨ ਸਾਹਿਬ 37 ਸਾਲ ਹੋ ਗਏ ਨੇ, ਲੱਗਦਾ ਕੁਝ ਬਦਲਿਆ ਇਸ ਮੁਲਕ ਦੇ ਵਿੱਚ? ਤੁਸੀਂ ਜਰਨਲਿਸਟ ਹੋ, ਤੁਹਾਨੂੰ ਸਾਰਾ ਪਤਾ ਕੀ ਬਦਲਿਆ ਕੀ ਨਹੀਂ ਬਦਲਿਆ ਹੈਗਾ। ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਜਿਸ ਤਰੀਕੇ ਦੇ ਨਾਲ 37 ਸਾਲ ਪਹਿਲਾਂ ਵੀ ਲੜਾਈ ਜਿਹੜੀ ਆ ਵੱਧ ਅਧਿਕਾਰਾਂ ਦੀ ਲੜਾਈ ਸੀ ਉਦੋਂ, ਉਸ ਤੋਂ ਬਾਅਦ ਅੱਜ ਕੌਮ ਕਿੱਥੇ ਖੜੀ ਆ, ਕੀ ਲੱਗਦਾ? ਅੱਜ ਕੌਮ ਬੌਂਦਲੀ ਹੋਈ ਹੈ, ਉਸ ਨੂੰ ਪਤਾ ਨਹੀਂ ਕੀ ਕਰੀਏ। ਕਿਤੇ ਨਾ ਕਿਤੇ ਲੱਗਦਾ ਫਿਰ ਸਾਡੇ ਪ੍ਰਚਾਰਕਾਂ 'ਚ, ਸਾਡੇ ਖੁਦ ਦੇ ਵਿੱਚ, ਸਾਰਿਆਂ ਦੇ ਵਿੱਚ ਕਮੀਆਂ ਰਹੀਆਂ ਹੋਣਗੀਆਂ। ਤੁਹਾਡੇ ਸਾਰਿਆਂ 'ਚ ਕਮੀਆਂ ਹੈਗੀਆਂ, ਮੇਰੇ 'ਚ ਵੀ ਹੈਗੀਆਂ, ਤੁਹਾਡੇ 'ਚ ਵੀ ਹੈਗੀਆਂ, ਤੁਸੀਂ ਵੀ ਪ੍ਰਚਾਰਕ ਹੋ, ਸਾਡੇ ਸਾਰਿਆਂ ਦੇ ਵਿੱਚ ਕਮੀਆਂ ਹੈਗੀਆਂ। ਕੌਮ ਦੀ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ, ਕੌਮ ਬੌਂਦਲੀ ਹੋਈ ਹੈ, ਮੈਂ ਉਸ ਸੰਦਰਭ ਦੇ ਵਿੱਚ ਪੁੱਛ ਰਿਹਾ। ਪ੍ਰੈਸ ਦਾ ਕੰਮ ਹੈ ਉਸ ਦੇ ਕੰਨ ਤੇ ਅੱਖਾਂ ਖੋਲ੍ਹਣੀਆਂ। ਜੇ ਤੁਸੀਂ ਹਿੰਦੂਤਵਾ ਦੇ ਨਾਲ ਗੱਲ ਕਰੋਗੇ, ਕਸ਼ਾਮਤ ਕਰੋਗੇ, ਫਿਰ ਪ੍ਰੈਸ ਉਹਨਾਂ ਦੀ ਅੱਖਾਂ ਤੇ ਕੰਨ ਨਹੀਂ ਖੋਲ ਰਹੀਆਂ। ਅਸੀਂ ਤਾਂ ਕਿਸੇ ਦੇ ਨਾਲ ਨਹੀਂ, ਅਸੀਂ ਤਾਂ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ, ਅਸੀਂ ਤਾਂ ਸਭ ਦੇ ਸਵਾਲ ਜਿਹੜੇ ਆ ਰੱਖਣੇ ਆ ਜੀ, ਸਭ ਦੇ ਜਵਾਬ ਰੱਖਣੇ ਆ। ਮਹਾਰਾਜ ਦਾ ਹੁਕਮ ਤੁਹਾਨੂੰ ਬਹੁਤ ਅੱਛਾ ਹੁੰਦਾ ਹੈ, ਆਪ ਨੂੰ ਵਧਾਈ ਹੋਵੇ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਮਾਨ ਸਾਹਿਬ। ਤਾਂ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਸੀ। ਇਹਨਾਂ ਦਾ ਕਹਿਣਾ ਹੈ ਕਿ ਕੌਮ ਇਸ ਵੇਲੇ ਬੌਂਦਲੀ ਹੋਈ ਆ, ਕਿਤੇ ਨਾ ਕਿਤੇ ਪ੍ਰਚਾਰਕਾਂ 'ਚ, ਸਾਰਿਆਂ 'ਚ ਜਿਹੜਾ ਕਮੀਆਂ ਰਹੀਆਂ ਹੋਣਗੀਆਂ, ਸੋ ਕੌਮ ਨੂੰ ਜਾਗਣ ਦੀ ਲੋੜ ਆ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV, ਸ੍ਰੀ ਅੰਮ੍ਰਿਤਸਰ ਸਾਹਿਬ।